गुड मॉर्निंग ऑल स्टूडेंट्स। आप सब का स्वागत। पहला ਆਪਾਂ पिछले इतिहास के बारे इतिहास शुरू किया सिंध घाटी की सभ्यता। उस तो बाद 1750 ईस्वी पूर्व तक ही चली। 1500 ईस्वी पूर्व तो लैके 600 ईस्वी पूर्व के लगभग ऋग्वैदिक काल उत्तर वैदिक काल ਉਹਦੀ ਆਪਾਂ गल की है। तो उस तो बाद आप जैन धर्म की महावीर जैन की गल की है। ਉਹਦੀਆਂ ਸਿੱਖਿਆਵਾਂ की गल की है भी ਕਿਹੜੀਆਂ ਸਿੱਖਿਆਵਾਂ ਸੀਗੀਆਂ महावीर जैन दियां ਤੇ जैन धर्म पतन वाल किवें चला गया। उस तो बाद बुद्ध धर्म किवें हाईलाइट होया, महात्मा बुद्ध के की सिक्ख्यावां सीगियां की ਉਹਦੇ टीचिंग सीगियां ਉਹ ਆਪਾਂ विस्तार ਦੇ ਵਿੱਚ जानकारी है ਜਿਹੜੀ प्राप्त की है। तो उस तो बाद ਜਿਹੜਾ मौर्य साम्राज है वो किवें स्थापित ਹੁੰਦਾ है भारत ਦੇ ਵਿੱਚ। उस तो बाद गुप्त साम्राज, उस तो बाद वर्धन साम्राज, उस तो बाद दक्षिण के राज राजपूत राजे ते दक्षिण के राज वो किस तरह स्थापित होए ਉਹਦੇ बारे आप अगे विचार जिहड़ा करांगे। 1000 ईस्वी तक जिहड़ी ये गल है वो आप इतिहास पढ़ांगे। तो 1000 ईस्वी तो उस तो अगे मुहम्मद गौरी के हमलिਆਂ तो लैके कुतुबुद्दीन ऐबक वर्गिਆਂ तो दिल्ली सल्तनत तो लैके इब्राहिम लोधी का हमला ਤੇ ਬਾਬਰ ਦੇ ਨਾਲ ਉਹਦੀ ਝੜਪ ਪਾਣੀਪਤ ਦੀ ਲੜਾਈ ਦੇ ਵਿੱਚ ਕਿਵੇਂ ਹੋਈ ਤੇ ਮੁਗਲ ਸਾਮਰਾਜ ਕਿਵੇਂ ਸਥਾਪਿਤ ਹੋ ਗਿਆ। ਮੁਗਲ ਸਾਮਰਾਜ ਦੇ ਅੰਤ ਤੱਕ ਔਰੰਗਜ਼ੇਬ ਕਿਵੇਂ ਮੁਗਲ ਸਾਮਰਾਜ ਨੂੰ ਪਤਨ ਵੱਲ ਲੈ ਗਿਆ। ਉਸ ਤੋਂ ਪਹਿਲਾਂ ਆਪਾਂ BA ਫਸਟ ਈਅਰ ਦੇ ਵਿੱਚ ਸੈਕੰਡ ਸਮੈਸਟਰ ਦੇ ਵਿੱਚ ਉਹ ਗੱਲ ਕਰਾਂਗੇ। ਤੇ ਮੁਗਲ ਸਾਮਰਾਜ ਨੂੰ ਪਤਨ ਵੱਲ ਕਿਵੇਂ ਲੈ ਗਿਆ। ਉਸ ਤੋਂ ਬਾਅਦ ਅੰਗਰੇਜ਼ਾਂ ਦਾ ਆਗਮਨ ਕਿਵੇਂ ਹੋਇਆ ਭਾਰਤ ਦੇ ਵਿੱਚ ਤੇ ਭਾਰਤ 1947 ਦੇ ਵਿੱਚ ਆਜ਼ਾਦ ਕਿਵੇਂ ਹੋ ਗਿਆ। ਇਹ ਆਪਾਂ ਥਰਡ ਸਮੈਸਟਰ ਦੇ ਵਿੱਚ ਪੜਾਂਗੇ। ਉਸ ਤੋਂ ਅੱਗੇ ਆਪਾਂ ਜਿਹੜਾ ਪੰਜਾਬ ਦਾ ਇਤਿਹਾਸ ਹੈ ਜਿਹੜਾ ਉਹਦੇ ਬਾਰੇ ਵਿਚਾਰ ਅੱਗੇ ਕਰਾਂਗੇ। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਮੌਰੀਆ ਸਾਮਰਾਜ ਦੀ, ਕਿਸ ਤਰ੍ਹਾਂ ਉਹ ਜਿਹੜਾ ਉਸ ਤੋਂ ਬਾਅਦ ਬੁੱਧ ਧਰਮ ਤੋਂ ਬਾਅਦ ਕਿਵੇਂ ਸਥਾਪਿਤ ਹੋਇਆ, ਕਿਵੇਂ ਮਹਾਰਾਜਾ ਅਸ਼ੋਕ ਨੇ ਬੁੱਧ ਧਰਮ ਗ੍ਰਹਿਣ ਕੀਤਾ, ਉਹਦੇ ਬਾਰੇ ਵੀ ਆਪਾਂ ਵਿਸਥਾਰ ਦੇ ਵਿੱਚ ਗੱਲਾਂ ਜਿਹੜੀਆਂ ਉਹ ਕਰਾਂਗੇ। ਮੌਰੀਆ ਸਾਮਰਾਜ ਸਭ ਤੋਂ ਪਹਿਲਾਂ ਜਿਹੜਾ ਉਹਦਾ ਚੰਦਰਗੁਪਤ ਮੌਰੀਆ ਸੰਸਥਾਪਕ ਸੀਗਾ। ਉਹਨੇ 321 ਈਸਵੀ ਪੂਰਵ ਦੇ ਵਿੱਚ ਜਿਹੜੀ ਸਥਾਪਨਾ ਮੌਰੀਆ ਸਾਮਰਾਜ ਦੀ ਕੀਤੀ ਸੀ। ਉਸ ਦਾ ਲੜਕਾ ਬਿੰਦੂਸਰ ਤੇ ਬਿੰਦੂਸਰ ਦਾ ਲੜਕਾ ਮਹਾਰਾਜਾ ਅਸ਼ੋਕ ਸਮਰਾਟ, ਜਿਹਦੇ ਅਸ਼ੋਕ ਸਮਰਾਟ ਨੇ ਇੱਕ ਧਰਮ ਸਥਾਪਿਤ ਕੀਤਾ ਸੀ ਅਸ਼ੋਕ ਦਾ ਧੰਮ। ਉਹਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ ਕਿਸ ਤਰ੍ਹਾਂ ਦਾ ਉਹਨੇ ਧੰਮ ਹੈ ਜਿਹੜਾ ਸਥਾਪਿਤ ਕੀਤਾ ਸੀ, ਕਿਵੇਂ ਉਹ ਕਲਿੰਗਾ ਦੀ ਲੜਾਈ ਦੇ ਵਿੱਚ ਜਿੱਤਿਆ ਸੀ ਉੜੀਸਾ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨੇ ਲੜਾਈਆਂ ਤਿਆਗਤੀਆਂ ਸੀ, ਕਿਵੇਂ ਮੌਰੀਆ ਸਾਮਰਾਜ ਪਤਨ ਵੱਲ ਉਸ ਤੋਂ ਬਾਅਦ ਚਲਾ ਗਿਆ ਤੇ ਉਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਗੱਲਾਂ ਕਰਾਂਗੇ। ਸ਼ੁਰੂ ਦੇ ਨਾਲ ਆਪਾਂ ਮੌਰੀਆ ਸਾਮਰਾਜ ਬਾਰੇ ਗੱਲ ਕਰਦੇ ਹਾਂ। ਜਿਹੜਾ ਇਤਿਹਾਸ ਹੈ ਸਾਨੂੰ ਕਿਸੇ ਤੱਥਾਂ ਤੋਂ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੇਕਰ ਸਾਨੂੰ ਸਬੂਤ ਕਿਤਾਬਾਂ ਜਿਹੜੀਆਂ ਉਹ ਮਿਲ ਜਾਣ ਤੇ ਅਸੀਂ ਜਿਹੜਾ ਉਹਨੂੰ ਇਤਿਹਾਸ ਮੰਨ ਲੈਂਦੇ ਹਾਂ। ਜੇਕਰ ਸਾਨੂੰ ਕੋਈ ਉਹਦਾ ਸਬੂਤ ਨੇ ਤੱਥ ਨੇ ਨਾ ਮਿਲਣ ਤਾਂ ਅਸੀਂ ਉਸ ਨੂੰ ਮਿਥਿਹਾਸ ਸਮਝਦੇ ਹਾਂ। ਪਰ ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ ਉਹ ਹਮੇਸ਼ਾ ਸੱਚਾਈ ਦੇ ਨਾਲ ਚੱਲਦੇ ਆ, ਤਰਕ ਦੇ ਨਾਲ ਚੱਲਦੇ ਆ, ਲੌਜਿਕ ਦੇ ਨਾਲ ਚੱਲਦੇ ਆ। ਜੇਕਰ ਇਤਿਹਾਸ ਦੇ ਵਿਦਿਆਰਥੀ ਦੇ ਸਾਹਮਣੇ ਸੱਚਾਈ ਸਥਾਪਿਤ ਹੋਊਗੀ, ਸਬੂਤ ਹੂਬਹੂ ਪਏ ਹੋਣਗੇ, ਫਿਰ ਉਹ ਇਤਿਹਾਸ ਨੂੰ ਮੰਨਦਾ ਵੀ ਇਹ ਬਿਲਕੁਲ ਇਤਿਹਾਸ ਹੈ। ਤੇ ਇਸ ਤਰੀਕੇ ਦੇ ਨਾਲ ਮੌਰੀਆ ਕਾਲ ਦੇ ਇਤਿਹਾਸ ਦੀ ਜਾਣਕਾਰੀ ਸਾਨੂੰ ਮੈਗਸਥੀਨੀਜ਼ ਦੀ ਇੰਡੀਕਾ ਕਿਤਾਬ ਤੋਂ ਤੇ ਕੁਟਲਿਆ ਦਾ ਅਰਥ ਸ਼ਾਸਤਰ, ਮੈਗਸਥਨੀਜ਼ ਦੀ ਇੰਡੀਕਾ ਤੇ ਕੁਟਲਿਆ ਦਾ ਅਰਥ ਸ਼ਾਸਤਰ, ਇਹਨਾਂ ਤੋਂ ਸਾਨੂੰ ਭਰਪੂਰ ਜਾਣਕਾਰੀ ਮੌਰੀਆ ਸਾਮਰਾਜ ਦੀ ਮਿਲਦੀ ਹੈ। ਜਿਹੜੀ ਸੈਲਕਸ ਦੇ ਨਾਲ ਉਹਦਾ ਰਾਜਦੂਤ ਸੀ ਉਹ ਭਾਰਤ ਦੇ ਵਿੱਚ ਇੱਧਰ ਆਇਆ ਸੀ ਤੇ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਰਾਜਦੂਤ ਬਣ ਕੇ ਰਿਹਾ। ਉਹਨੇ ਇੰਡੀਕਾ ਨਾਂ ਦੀ ਕਿਤਾਬ ਹੈ ਜਿਹੜੀ ਉਹ ਲਿਖੀ ਸੀ। ਤੇ ਕੁਟਲਿਆ ਦੇ ਨਾਲ ਜਿਹੜਾ ਮੌਰੀਆ ਸਾਮਰਾਜ ਦੇ ਸੰਸਥਾਪਕਾਂ ਦੇ ਰੂਪ 'ਚ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀਗਾ ਕੁਟਲਿਆ, ਤਾਂ ਉਹਨੇ ਅਰਥ ਸ਼ਾਸਤਰ ਨਾਂ ਦੀ ਕਿਤਾਬ ਲਿਖੀ। ਉਹਦੇ ਵਿੱਚੋਂ ਸਾਨੂੰ ਜਿਹੜਾ ਇਤਿਹਾਸ ਹੈ ਮੌਰੀਆ ਸਾਮਰਾਜ ਦਾ ਵਿਸਥਾਰ ਦੇ ਵਿੱਚ ਮਿਲਦਾ ਹੈ। ਤਾਂ 321 ਈਸਵੀ ਪੂਰਵ ਦੇ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਜਿਹੜੀ ਮਗਧ ਦੇ ਰਾਜੇ ਨੂੰ ਹਰਾ ਕੇ ਇਹ ਜਿਹੜਾ ਚੰਦਰਗੁਪਤ ਮੌਰੀਆ ਕਾਲ ਦੀ ਸਥਾਪਨਾ ਨਹੀਂ ਉਸ ਸਮੇਂ ਕੀਤੀ ਸੀ। ਪਾਟਲੀਪੁੱਤਰ ਜਿਹੜੀ ਉਸ ਸਮੇਂ ਉੱਥੇ ਰਾਜ ਤਿਲਕ ਹੋਇਆ ਸੀ ਤੇ ਉਹਨੂੰ ਰਾਜਧਾਨੀ ਸਥਾਪਿਤ ਕੀਤਾ ਸੀ ਪਾਟਲੀਪੁੱਤਰ ਨੂੰ, ਜਿਹਨੂੰ ਅੱਜ ਪਟਨਾ ਬਿਹਾਰ ਦੇ ਵਿੱਚ ਪਟਨਾ ਦੇ ਨਾਂ ਨਾਲ ਜਾਣ ਕੀਤਾ ਜਾਂਦਾ। ਪਾਟਲੀਪੁੱਤਰ ਚੰਦਰਗੁਪਤ ਦਾ ਬੇਟਾ ਬਿੰਦੂਸਰ ਦਾ ਲੜਕਾ ਅੱਗੇ ਅਸ਼ੋਕ ਸਮਰਾਟ ਪੈਦਾ ਹੋਇਆ। ਉਹਦੇ ਬਾਰੇ ਵੀ ਵਿਸਥਾਰ ਦੇ ਵਿੱਚ ਆਪਾਂ ਗੱਲਾਂ ਕਰਾਂਗੇ।
ਤਾਂ ਚੰਦਰਗੁਪਤ ਮੌਰੀਆ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਉਹਦੇ ਵੰਸ਼ ਬਾਰੇ ਗੱਲ ਕਰਦੇ ਹਾਂ, ਕਿੱਥੋਂ ਪੈਦਾ ਹੋਇਆ, ਕਿਸ ਤਰ੍ਹਾਂ ਉਹ ਅੱਗੇ ਵਧਿਆ ਫੁੱਲਿਆ, ਕਿਸ ਤਰ੍ਹਾਂ ਉਹਨੇ ਜਿੱਤਾਂ ਪ੍ਰਾਪਤ ਕੀਤੀਆਂ, ਕਿਵੇਂ ਉਹਨੇ ਪੰਜਾਬ ਦੀ ਜਿੱਤ, ਕਿਵੇਂ ਮਗਧ ਦੀ ਜਿੱਤ, ਕਿਵੇਂ ਅੱਗੇ ਦੀ ਅੱਗੇ ਦੱਖਣ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ, ਕਿਸ ਤਰ੍ਹਾਂ ਉਹਨੇ ਸਭ ਤੋਂ ਪਹਿਲਾਂ ਸਾਮਰਾਜ ਮੌਰੀਆ ਸਾਮਰਾਜ ਸਥਾਪਿਤ ਕਿਸ ਤਰ੍ਹਾਂ ਚੰਦਰਗੁਪਤ ਮੌਰੀਆ ਨੇ ਕੀਤਾ, ਤੇ ਵਿਸਥਾਰ ਦੇ ਵਿੱਚ ਅਸ਼ੋਕ ਸਮਰਾਟ ਉਹਨੂੰ ਕਿਵੇਂ ਲੈ ਕੇ ਗਿਆ, ਉਹਦੀਆਂ ਗੱਲਾਂ ਆਪਾਂ ਅੱਗੇ ਜਾ ਕੇ ਕਰਾਂਗੇ। ਚੰਦਰਗੁਪਤ ਮੌਰੀਆ ਦਾ ਵੰਸ਼ ਆ ਜਿਹੜਾ, ਉਹ ਸਾਨੂੰ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਸਾਨੂੰ ਮਿਲਦੇ ਨੇ। ਕਹਿੰਦੇ ਵੀ ਇਹ ਜਿਹੜਾ ਧਨਾਨੰਦ ਸੀਗਾ ਮਗਧ ਦਾ ਸ਼ਾਸਕ ਸੀ, ਧਨਾਨੰਦ ਉਹਦੀ ਪਤਨੀ ਮੁਰਾ, ਉਹਦੇ ਪੇਟ 'ਚ ਉਹਦਾ ਜਨਮ ਹੋਇਆ ਸੀਗਾ ਤੇ ਉਸ ਰਾਜੇ ਦਾ ਇਹ ਗਾਂ ਪੁੱਤਰ ਸੀਗਾ। ਤੇ ਇਸ ਤਰੀਕੇ ਦੇ ਨਾਲ ਇਹ ਇੱਕ ਦਲਿਤ ਔਰਤ ਸੀ ਮੁਰਾ, ਤੇ ਉਸ ਤੋਂ ਬਾਅਦ ਮੁਰਾ ਤੋਂ ਮੌਰੀਆ ਸਾਮਰਾਜ ਹੈ ਜਿਹੜਾ ਉਹ ਬਣਿਆ। ਪਰ ਕਈ ਇਤਿਹਾਸਕਾਰ ਇਸ ਗੱਲ ਨੂੰ ਸਹੀ ਨਹੀਂ ਮੰਨਦੇ। ਉਹ ਕਹਿੰਦੇ ਵੀ ਜੈਨ ਮੱਤ ਦੇ ਅਨੁਸਾਰ ਉਸ ਸਮੇਂ ਜੈਨ ਮੱਤ ਜਿਹੜਾ ਹਾਈਲਾਈਟ ਸੀਗਾ, ਬੁੱਧ ਧਰਮ ਵੀ ਸੀਗਾ, ਦਾ ਮੋਰ ਪਾਲਣ ਵਾਲੀ ਔਰਤ ਨੇ ਕਹਿੰਦੇ ਵੀ ਇਹਦਾ ਜਿਹੜਾ ਪਾਲਣ ਪੋਸ਼ਣ ਕੀਤਾ ਸੀ, ਤਾਂ ਇਸ ਕਰਕੇ ਉੱਥੋਂ ਇਹਦਾ ਜਨਮ ਹੋਇਆ ਸੀ ਇੱਕ ਗਰੀਬ ਘਰਾਣੇ 'ਚੋਂ। ਤਾਂ ਮੋਰ ਪਾਲਣ ਵਾਲੀ ਔਰਤ ਤੋਂ ਮੌਰੀਆ ਸਾਮਰਾਜ ਹੈ ਜਿਹੜਾ ਇਹ ਬਣਿਆ। ਤਾਂ ਆਧੁਨਿਕ ਇਤਿਹਾਸਕਾਰ ਇਹਨੂੰ ਕਸ਼ੱਤਰੀ ਦਾ ਰੂਪ ਦਿੰਦੇ ਨੇ ਵੀ ਇਹ ਕਸ਼ੱਤਰੀ ਸੀ, ਇੱਕ ਲੜਾਕਾ, ਇੱਕ ਸੈਨਿਕ ਸੀਗਾ। ਤਾਂ ਜਿੱਥੋਂ ਇਹ ਸੈਨਾ ਦੇ ਵਿੱਚ ਜਿਹੜੇ ਧਨਾਨੰਦ ਦੀ ਸੈਨਾ ਦੇ ਵਿੱਚ, ਮਗਧ ਦੇ ਸ਼ਾਸਕ ਦੀ ਸੈਨਾ ਦੇ ਵਿੱਚ ਭਰਤੀ ਹੋ ਗਿਆ, ਉਸ ਤੋਂ ਬਾਅਦ ਇਹਨੇ ਧਨਾਨੰਦ ਨਾਲ ਜਿਹੜੇ ਵਿਚਾਰ ਹੈ ਉਹ ਕਿਸੇ ਗੱਲੋਂ ਖਟਾਸ ਪੈਦਾ ਹੋ ਗਈ, ਤੇ ਬਾਅਦ ਦੇ ਵਿੱਚ ਇਹਨੇ ਹਮਲਾ ਕਰਕੇ ਜਿਹੜਾ ਉੱਥੇ ਅਧਿਕਾਰ ਸਥਾਪਿਤ ਕਰ ਲਿਆ ਸੀ। ਤਾਂ ਇਸ ਤਰੀਕੇ ਦੇ ਨਾਲ ਇੱਕ ਕਸ਼ੱਤਰੀ ਸੀਗਾ, ਇੱਕ ਲੜਾਕਾ ਇਨਸਾਨ ਸੀਗਾ, ਜਿਹੜੇ ਆਧੁਨਿਕ ਇਤਿਹਾਸਕਾਰ ਇਸ ਗੱਲ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਤਾਂ ਜਨਮ ਤੇ ਬਚਪਨ ਉਸਦਾ ਕਿਸ ਤਰ੍ਹਾਂ ਬੀਤਿਆ, 345 ਈਸਵੀ ਪੂਰਬ ਦੇ ਵਿੱਚ ਉਹਦਾ ਜਨਮ ਹੈ ਜਿਹੜਾ ਹੋਇਆ ਸੀਗਾ। ਤੇ ਉਸ ਤੋਂ ਬਾਅਦ ਕਹਿੰਦੀ ਵੀ ਇਹ ਇੱਕ ਸ਼ਿਕਾਰੀ ਕੋਲੇ ਰਿਹਾ ਤੇ ਸ਼ਿਕਾਰੀ ਦੇ ਲਵੋਂ ਸ਼ਿਕਾਰ ਖੇਡਦਾ ਰਿਹਾ। ਉੱਥੋਂ ਇਹਨੇ ਜਿਹੜੀ ਟ੍ਰੇਨਿੰਗ ਹੈ ਸੈਨਿਕ ਦੇ ਰੂਪ ਦੇ ਵਿੱਚ ਲਈ, ਇੱਕ ਯੋਧਾ ਦੇ ਰੂਪ ਦੇ ਵਿੱਚ ਪੈਦਾ ਹੋਇਆ। ਤੇ ਉਸ ਤੋਂ ਬਾਅਦ ਇਹਦੀ ਕੌਟਲਿਆ ਦੇ ਨਾਲ ਮੁਲਾਕਾਤ ਹੋਈ, ਤੇ ਬਾਅਦ ਦੇ ਵਿੱਚ ਕਹਿੰਦੇ ਵੀ ਕੌਟਲਿਆ ਨੇ ਇਸ ਨੂੰ ਖਰੀਦ ਲਿਆ ਸੀ। ਕੌਟਲਿਆ ਨਾਲ ਕਿਸ ਤਰ੍ਹਾਂ ਜਿਹੜੀ ਮੁਲਾਕਾਤ ਹੈ ਕਿਸ ਤਰ੍ਹਾਂ ਹੁੰਦੀ ਹੈ, ਤਕਸ਼ਲਾ ਦੇ ਬ੍ਰਾਹਮਣ ਦਾ ਪੁੱਤਰ ਸੀਗਾ ਕੌਟਲਿਆ। ਤਾਂ ਕੌਟਲਿਆ ਜੋ ਕਹਿੰਦੇ ਵੀ ਇਹ ਧਨਾਨੰਦ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਮਗਧ ਦੇ ਵਿੱਚ, ਤਾਂ ਉਹ ਕਿਸੇ ਗੱਲੋਂ ਖਟਾਸ ਪੈਦਾ ਹੋ ਜਾਂਦੀ ਹੈ। ਧਨਾਨੰਦ ਕਹਿੰਦਾ ਵੀ ਇਹ ਜਿਹੜਾ ਇਨਸਾਨ ਹੈ ਇਹ ਸਹੀ ਨਹੀਂ ਹੈਗਾ, ਇਹਨੂੰ ਬਾਹਰ ਕੱਢੋ ਦਰਬਾਰ ਦੇ ਵਿੱਚੋਂ। ਤਾਂ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਕੌਟਲਿਆ ਨੂੰ ਬਾਹਰ ਕਰਤਾ, ਤੇ ਉਹ ਕਿਤੇ ਨਾ ਕਿਤੇ ਬਦਲਾ ਲੈਣਾ ਚਾਹੁੰਦਾ ਸੀਗਾ ਧਨਾਨੰਦ ਤੋਂ। ਤਾਂ ਉਹਨੇ ਕੌਟਲਿਆ ਨੂੰ ਆ ਕੇ ਸ਼ਿਕਾਰ ਖੇਡਦੇ ਨੂੰ ਦੇਖਿਆ, ਤੇ ਉਸ ਨੇ ਇਹਨੂੰ 1000 ਪਣ ਦੇ ਬਦਲੇ ਲੈ ਲਿਆ ਸੀਗਾ, ਖਰੀਦ ਲਿਆ ਸੀਗਾ ਉਸ ਸ਼ਿਕਾਰੀ ਤੋਂ, ਤੇ ਉਹਦਾ ਪਾਲਣ ਪੋਸ਼ਣ ਕੀਤਾ ਤੇ ਵੱਡਾ ਹੋ ਗਿਆ ਜਦੋਂ। ਤੇ ਉਸ ਤੋਂ ਬਾਅਦ ਉਹਨੇ ਹਮਲਾ ਜਿਹੜਾ ਧਨਾਨੰਦ ਤੇ ਕਰਾਇਆ ਸੀਗਾ। ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਮਗਧ ਤੇ ਆਪਦਾ ਰਾਜ ਸਥਾਪਿਤ ਕੀਤਾ ਸੀ। ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਸਾਨੂੰ ਇਤਿਹਾਸ ਹੈ ਮਿਲਦਾ ਜਾਂਦਾ ਹੈ। ਸਿਕੰਦਰ ਨਾਲ ਮੁਲਾਕਾਤ, ਸਿਕੰਦਰ ਯੂਨਾਨੀ ਸ਼ਾਸਕ 326 ਈਸਵੀ ਪੂਰਬ ਦੇ ਵਿੱਚ ਉਹਨੇ ਭਾਰਤ ਤੇ ਹਮਲਾ ਕੀਤਾ ਸੀ। ਤਾਂ ਉਹਦੇ ਨਾਲ ਜਿਹੜੀ ਮੁਲਾਕਾਤ ਕਹਿੰਦੇ 326 ਈਸਵੀ ਦੀ ਪੂਰਬ ਦੇ ਵਿੱਚ ਹੁੰਦੀ ਹੈ। ਤਾਂ ਕਿਸੇ ਕੋਲੋਂ ਖਟਾਸ ਪੈਦਾ ਹੋ ਗਈ। ਤਾਂ ਜਦੋਂ ਮੁਲਾਕਾਤ ਦੇ ਵਿੱਚ ਉਹ ਧਨਾਨੰਦ ਨੂੰ ਹਰਾਉਣ ਦੀ ਗੱਲ ਕਰਦਾ, ਕੌਟਲਿਆ ਦੇ ਨਾਲ ਰਲ ਕੇ ਸਿਕੰਦਰ ਨਾਲ ਗੱਲ ਕਰਦਾ, ਤਾਂ ਸਿਕੰਦਰ ਕਿਸੇ ਕੋਲੋਂ ਗੁੱਸੇ ਹੋ ਜਾਂਦਾ। ਕਹਿੰਦੇ ਬਾਅਦ ਦੇ ਵਿੱਚ ਖਟਾਸ ਪੈਦਾ ਹੋ ਗਈ ਤਾਂ ਵਾਪਸ ਉਹ ਮਗਧ ਵੱਲ ਵਾਪਸ ਆ ਜਾਂਦਾ ਹੈ ਜਿਹੜਾ ਚੰਦਰਗੁਪਤ ਮੌਰੀਆ। ਤਾਂ ਇਸ ਤਰੀਕੇ ਦੇ ਨਾਲ ਸਿਕੰਦਰ ਦੇ ਨਾਲ ਖਟਾਸ ਇਹਦੀ ਚੱਲਦੀ ਰਹਿੰਦੀ ਹੈ। ਤਾਂ ਇਹਦੀਆਂ ਜਿੱਤਾਂ ਬਾਰੇ ਚੰਦਰਗੁਪਤ ਮੌਰੀਆ ਦੇ ਜਦੋਂ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੈਨਿਕ ਦੇ ਰੂਪ ਵਿੱਚ ਸਾਹਮਣੇ ਆਇਆ। ਤਾਂ ਜਿੱਤਾਂ 'ਚ ਸਭ ਤੋਂ ਪਹਿਲਾਂ ਇਹਦਾ ਉਦੇਸ਼ ਕੀ ਸੀ, ਕਿਸ ਗੱਲ ਤੋਂ ਇਹ ਜਿੱਤਾਂ ਪ੍ਰਾਪਤ ਕੀਤੀਆਂ। ਇੱਕ ਤਾਂ ਉੱਤਰ ਭਾਰਤ ਦੇ ਵੱਲ ਯੂਨਾਨੀਆਂ ਦੇ ਜਿਹੜੇ ਹਮਲੇ ਸੀ ਹੁੰਦੇ ਰਹਿੰਦੇ ਸੀ। ਸਿਕੰਦਰ ਇੱਕ ਯੂਨਾਨੀ ਸ਼ਾਸਕ ਸੀ, ਉਹਨੇ ਵੀ ਕੀਤਾ ਸੀ। ਤਾਂ ਉਹਨੇ ਆਪਦੇ ਜਿਹੜੇ ਸੈਨਾਪਤੀ ਪੰਜਾਬ ਦੇ ਵਿੱਚ ਇੱਧਰ ਲਾਏ ਹੋਏ ਸੀ, ਤਾਂ ਉਹ ਯੂਨਾਨੀਆਂ ਦੇ ਰਾਜ ਨੂੰ ਵੀ ਖਤਮ ਕਰਨਾ ਚਾਹੁੰਦਾ ਸੀ। ਤੇ ਮਗਧ ਦੇ ਵਿੱਚ ਪਟਨਾ ਦੇ ਏਰੀਏ ਦੇ ਵਿੱਚ ਉਧਰਲੇ ਪਾਸੇ ਵੀ ਮਗਧ ਦੇ ਪਾਟਲੀਪੁੱਤਰ ਰਾਜਧਾਨੀ ਸੀ ਇਹਦੀ। ਤਾਂ ਉਸ ਨੂੰ ਸ਼ਾਸਕ ਜਿਹੜਾ ਧਨਾਨੰਦ, ਉਹ ਬਹੁਤ ਹੀ ਅਤਿਆਚਾਰੀ ਸ਼ਾਸਕ ਸੀ, ਲੋਕਾਂ ਨਾਲ ਅਤਿਆਚਾਰ ਕਰਦਾ ਸੀ। ਉਹਦਾ ਵੀ ਸ਼ਾਸਨ ਇਹ ਖਤਮ ਕਰਨਾ ਚਾਹੁੰਦਾ ਸੀ, ਜਿਸ ਕਰਕੇ ਇਹਦੇ ਉਦੇਸ਼ ਸੀਗੇ ਯੁੱਧਾਂ ਦੇ। ਤਾਂ ਉਹ ਯੁੱਧਾਂ ਦੇ ਵਿੱਚ ਇਹ ਕਾਮਯਾਬ ਵੀ ਹੋਇਆ। ਪਹਿਲਾ ਹਮਲਾ ਪੰਜਾਬ ਦੀ ਜਿੱਤ 322 ਈਸਵੀ ਪੂਰਬ ਦੇ ਵਿੱਚ, ਪੰਜਾਬ ਦੀ ਜਿੱਤ 322 ਈਸਵੀ ਪੂਰਬ ਦੇ ਵਿੱਚ। ਤਾਂ ਸਿਕੰਦਰ ਇੱਧਰ ਭਾਰਤ ਦੇ ਵਿੱਚ ਆਇਆ ਹੋਇਆ ਸੀ। ਤਾਂ ਸਮੇਂ-ਸਮੇਂ ਤੇ ਉਹਦੇ ਸੈਨਾਪਤੀ ਮਰਦੇ ਗਏ। ਤਾਂ ਸਿਕੰਦਰ ਨੂੰ ਕਿਸੇ ਨਾ ਕਿਸੇ ਗੱਲਾਂ ਤੋਂ ਜਿਹੜਾ ਦੁੱਖ ਪਹੁੰਚਦਾ ਗਿਆ। ਦੁਨੀਆ ਜਿੱਤਣ ਲਈ ਸਿਕੰਦਰ ਭਾਰਤ ਦੇ ਵਿੱਚ ਵੀ ਪ੍ਰਵੇਸ਼ ਕੀਤਾ ਉਹਨੇ। ਤਾਂ
23 ਈਸਵੀ ਪੂਰਵ ਦੇ ਵਿੱਚ ਸਿਕੰਦਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ 322 ਈਸਵੀ ਪੂਰਵ ਦੇ ਵਿੱਚ ਅਗਲੇ ਸਾਲ ਹੀ ਉਹ ਹਮਲਾ ਜਿਹੜਾ ਇਹ ਸਨ ਥੱਲੇ ਵੱਲ ਆਉਂਦੇ ਨੇ ਉਸ ਸਮੇਂ ਜ਼ੀਰੋ ਕਾਲ ਤੇ ਆਪਾਂ ਪਹੁੰਚਾਂਗੇ। ਤਾਂ 322 ਈਸਵੀ ਪੂਰਵ ਦੇ ਵਿੱਚ ਜਿਹੜਾ ਇਹ ਹਮਲਾ ਕਰ ਦਿੰਦਾ ਹੈ ਤੇ ਪੰਜਾਬ ਦੇ ਉੱਤੇ ਜਿਹੜੀ ਆਪਦਾ ਅਧਿਕਾਰ ਹੈ ਉੱਤਰ ਪੱਛਮ ਸੀਮਾ ਤੇ ਆਪਣੇ ਇਸ ਏਰੀਏ ਪੰਜਾਬ ਵੱਲ ਆਪਦਾ ਅਧਿਕਾਰ ਹੈ ਜਿਹੜਾ ਸਭ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਇੱਥੇ ਸਥਾਪਿਤ ਕਰਦਾ। ਤਾਂ ਉਸ ਤੋਂ ਬਾਅਦ ਪੰਜਾਬ ਤੋਂ ਬਾਅਦ ਇਹ ਮਗਧ ਵੱਲ ਧਨਾਨੰਦ ਸ਼ਾਸਕ ਸੀ, ਜਿਹੜੇ ਏਰੀਏ 'ਚ ਇਹ ਖੁਦ ਰਹਿੰਦਾ ਸੀ ਧਨਾਨੰਦ ਸ਼ਾਸਕ ਸੀਗਾ ਮਗਧ ਦਾ, ਤਾਂ ਉਹ ਤੇ ਹਮਲਾ ਕਰਦਾ ਤਾਂ ਉਹਨੂੰ ਹਰਾ ਦਿੰਦਾ ਹੈ ਉਸ ਸਮੇਂ। ਤੇ ਬਹੁਤ ਵੱਡਾ ਫਨਾਹ ਕਹਿੰਦੇ ਉਸ ਸਮੇਂ ਹੁੰਦਾ ਉੱਥੇ ਮਗਧ ਦੇ ਵਿੱਚ, ਤੇ ਕੁਟਲਿਆ ਉਹਦਾ ਸਲਾਹਕਾਰ ਹੁੰਦਾ, ਉਹ ਵੀ ਸਾਥ ਦਿੰਦਾ। ਤੇ ਇੱਕ ਰਾਜਾ ਕਹਿੰਦੇ ਵੀ ਪੋਰਸ ਨਾਂ ਦਾ ਰਾਜਾ ਨੇ ਵੀ ਇਸ ਸਮੇਂ ਇਤਿਹਾਸ ਦੇ ਵਿੱਚ ਆਉਂਦਾ ਵੀ ਇਸ ਸਮੇਂ ਸਾਥ ਦਿੱਤਾ ਸੀ। ਤੇ ਪੰਜਾਬ ਦੇ ਵਿੱਚ ਵੀ ਪੋਰਸ ਦਾ ਸਾਥ ਸੀ ਚੰਦਰਗੁਪਤ ਮੌਰੀਆ ਨੂੰ, ਤੇ ਮਗਧ ਦੇ ਵਿੱਚ ਵੀ ਧਨਾਨੰਦ ਨੂੰ ਹਰਾਉਣ ਦੇ ਵਿੱਚ ਵੀ ਪੋਰਸ ਦਾ ਬਹੁਤ ਵੱਡਾ ਯੋਗਦਾਨ ਸੀ। ਤਾਂ ਜਿਸ ਕਰਕੇ ਮਗਧ ਦੇ ਵਿੱਚ ਬਹੁਤ ਜ਼ਿਆਦਾ ਫਨਾਹ ਹੋਇਆ ਤੇ ਪੋਰਸ ਦੇ ਨਾਲ ਰਲ ਕੇ ਨੇ ਜਿੱਤ ਪ੍ਰਾਪਤ ਕੀਤੀ। ਤੇ ਪੰਜਾਬ ਦੇ ਵਿੱਚ ਵੀ ਸਾਥ ਰਿਹਾ ਪੋਰਸ ਦਾ। ਜਦੋਂ ਆਪਾਂ ਕੋਈ ਗੀਤ ਦੇਖਦੇ ਹਾਂ, ਬੱਬੂ ਮਾਨ ਦਾ ਪੁਰਾਣਾ ਗੀਤ ਤੁਸੀਂ ਸੁਣਿਓ ਕਿ ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ, ਵੜਿਆ ਜਦੋਂ ਪੰਜਾਬ 'ਚ ਅੱਗੇ ਮਿਲ ਗਿਆ ਜੱਟ ਪੋਰਸ। ਤਾਂ ਇਹ ਪੋਰਸ ਰਾਜਾ ਕਹਿੰਦੇ ਵੀ ਅੱਗੇ ਮਿਲ ਜਾਂਦਾ ਹੈ ਤਾਂ ਸਿਕੰਦਰ ਨੂੰ ਹਾਰ ਦਾ ਮੂੰਹ ਹੈ ਜਿਹੜਾ ਉਹ ਦੇਖਣਾ ਪੈਂਦਾ। ਤਾਂ ਇਹ ਕੁਟਲਿਆ ਦਾ ਸਾਥ ਵੀ ਜਿਹੜਾ ਉਸ ਸਮੇਂ ਜਿਹੜਾ ਪੋਰਸ ਨੇ ਕੁਟਲਿਆ ਦਾ ਤੇ ਨਾਲ ਚੰਦਰਗੁਪਤ ਮੌਰੀਆ ਦਾ ਸਾਥ ਦਿੱਤਾ। ਮਗਧ ਦੇ ਵਿੱਚ ਵੀ ਉਹਨੇ ਧਨਾਨੰਦ ਸ਼ਾਸਕ ਨੂੰ ਹਰਾਇਆ। ਤਾਂ ਮਗਧ ਦੇ ਵਿੱਚ ਜਦੋਂ ਧਨਾਨੰਦ ਸ਼ਾਸਕ ਨੂੰ ਹਰਾ ਦਿੰਦੇ ਆ, ਉਹਦੀ ਮੌਤ ਹੋ ਜਾਂਦੀ ਹੈ। ਤਾਂ ਬਹੁਤ ਫਨਾਹ ਇਸ ਦੇ ਬਾਅਦ ਹੁੰਦਾ ਹੈ ਉੱਥੇ। ਇਸ ਲੜਾਈ ਦੇ ਵਿੱਚ 1 ਲੱਖ ਸੈਨਿਕ, 1 ਲੱਖ ਘੋੜੇ, 10,000 ਹਾਥੀ, 5,000 ਰਥਵਾਨ, ਕਹਿੰਦੇ ਵੀ ਇਤਿਹਾਸਕਾਰ ਕਹਿੰਦੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਮਗਧ ਦੇ ਵਿੱਚ। ਜਦੋਂ ਮਗਧ ਦੇ ਰਾਜੇ ਨੂੰ ਹਰਾਉਂਦਾ ਤਾਂ ਉਦੋਂ ਧਨਾਨੰਦ ਨੂੰ ਹਰਾਉਂਦਾ ਤਾਂ ਉੱਥੇ ਸਥਾਪਿਤ ਇਹ ਆਪਦਾ ਰਾਜ ਭਾਗ ਸਥਾਪਿਤ ਕਰਦੇ ਤੇ ਪਾਟਲੀ ਪੁੱਤਰ ਨੂੰ ਰਾਜਧਾਨੀ ਬਣਾਉਂਦੇ ਤੇ ਰਾਜ ਤਿਲਕ ਹੈ ਜਿਹੜਾ ਉਹ ਪਾਟਲੀ ਪੁੱਤਰ ਦੇ ਵਿੱਚ ਆਪਦਾ ਇਹ ਕਰਦਾ ਚੰਦਰਗੁਪਤ ਮੌਰੀਆ। ਤਾਂ ਉਸ ਤੋਂ ਬਾਅਦ ਮੌਰੀਆ ਸਾਮਰਾਜ ਸ਼ੁਰੂ ਹੋ ਜਾਂਦਾ ਤੇ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਮਹਾਰਾਜਾ ਅਸ਼ੋਕ ਕਲਿੰਗਾ ਦੇ ਯੁੱਧ ਤੱਕ ਇਹਨੂੰ ਲੈ ਕੇ ਜਾਂਦਾ। ਸੈਲਕੁਸ ਨਾਲ ਮੁਲਾਕਾਤ ਹੁੰਦੀ ਹੈ 305 ਈਸਵੀ ਪੂਰਵ ਦੇ ਵਿੱਚ। ਸਿਕੰਦਰ ਦਾ ਮਹਾਨ ਸੈਨਾਪਤੀ ਸੈਲਕੁਸ ਸੀਗਾ। ਤਾਂ ਸੈਲਕੁਸ ਨੂੰ ਇਹ ਹਰਾ ਦਿੰਦਾ ਹੈ ਜਦੋਂ ਉਹ ਭਾਰਤ ਦੇ ਵਿੱਚ ਇੱਧਰ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦਾ। ਤਾਂ ਸੈਲਕੁਸ ਹਾਰ ਕੇ ਆਪਦੀ ਲੜਕੀ ਦਾ ਵਿਆਹ, ਹੇਲਣ ਦਾ ਵਿਆਹ ਇਹਦੇ ਨਾਲ ਚੰਦਰਗੁਪਤ ਮੌਰੀਆ ਦੇ ਨਾਲ ਕਰ ਦਿੰਦੇ ਆ। ਤੇ ਮੈਗਸਥਨੀਜ਼ ਆ ਜਿਹੜਾ ਉਹਦਾ ਰਾਜਦੂਤ ਸੈਲਕੁਸ ਦਾ ਉਹ ਬਣਾ ਕੇ ਇਸ ਦੇ ਦਰਬਾਰ ਦੇ ਵਿੱਚ ਚੰਦਰਗੁਪਤ ਮੌਰੀਆ ਦੇ ਦਰਬਾਰ 'ਚ ਭੇਜਦਾ। ਤੇ ਸੈਲਕੁਸ ਦੇ ਨਾਲ ਜਿਹੜਾ ਮੈਗਸਥਨੀਜ਼ ਨੇ ਇੰਡਿਕਾ ਨਾਂ ਦੀ ਜਿਹੜੀ ਕਿਤਾਬ ਹੈ ਉਹ ਲਿਖੀ। ਤੇ ਉਹ ਤੋਂ ਸਾਨੂੰ ਜਿਹੜਾ ਮੌਰੀਆ ਸਾਮਰਾਜ ਦਾ ਇਤਿਹਾਸ ਹੈ, ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਇਤਿਹਾਸ ਹੈ। ਤਾਂ ਚੰਦਰਗੁਪਤ ਮੌਰੀਆ ਦੇ ਸਾਮਰਾਜ ਦਾ ਵਿਸਥਾਰ ਦਾ ਇਤਿਹਾਸ ਸਾਨੂੰ ਮੈਗਸਥਨੀਜ਼ ਦੀ ਇੰਡਿਕਾ ਤੋਂ ਬਹੁਤ ਜਾਣਕਾਰੀ ਪ੍ਰਾਪਤ ਹੈ ਜਿਹੜੀ ਉਹ ਹੁੰਦੀ ਹੈ। ਤਾਂ ਪੱਛਮੀ ਭਾਰਤ ਤੇ ਜਿੱਤਾਂ ਵੀ ਪ੍ਰਾਪਤ ਕਰਦਾ। ਪੱਛਮ ਦੇ ਵਿੱਚ ਸੁਦਰਸ਼ਨ ਝੀਲ ਸਥਾਪਿਤ ਕੀਤੀ, ਪਰ ਉਹਦਾ ਸਾਨੂੰ ਜ਼ਿਆਦਾ ਜਿੱਤਾਂ ਜਿਹੜੀਆਂ ਵਿਸਥਾਰ ਦੇ ਵਿੱਚ ਇਤਿਹਾਸ ਦੇ ਵਿੱਚ ਨਹੀਂ ਮਿਲਦੀਆਂ ਪੱਛਮ ਦੀਆਂ। ਤਾਂ ਕਹਿੰਦੇ ਵੀ ਇੱਧਰਲੇ ਪਾਸੇ ਉਜੈਨ ਜਿਹੜੇ ਉਹ ਰਾਜਧਾਨੀ ਸੀ, ਪੱਛਮ ਦੇ ਵਿੱਚ ਵੀ ਉਹਦਾ ਇੱਕ ਪ੍ਰਾਂਤ ਸੀਗਾ ਉਜੈਨ, ਰਾਜਧਾਨੀ ਬਣਾਈ ਹੋਈ ਸੀ। ਤਾਂ ਉੱਥੇ ਵੀ ਰਾਜ ਭਾਗ ਜਿਹੜਾ ਚੰਦਰਗੁਪਤ ਮੌਰੀਆ ਦਾ ਚੱਲਦਾ ਸੀ, ਕਿਉਂਕਿ ਸੁਦਰਸ਼ਨ ਝੀਲ ਤੋਂ ਸਾਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਇਤਿਹਾਸ ਦੀਆਂ। ਦੱਖਣੀ ਭਾਰਤ ਤੇ ਜਿੱਤ, ਦੱਖਣ ਦੇ ਵਿੱਚ ਮੈਸੂਰ, ਕਰਨਾਟਕਾ ਤੱਕ ਜਿਹੜਾ ਚੰਦਰਗੁਪਤ ਮੌਰੀਆ ਦਾ ਸਾਮਰਾਜ ਸੀਗਾ। ਤੇ ਉਸ ਏਰੀਏ 'ਚ ਕਰਨਾਟਕਾ ਦੇ ਵਿੱਚ ਹੀ ਆਖਰ ਨੂੰ ਕਹਿੰਦੇ ਵੀ ਇਹਦੀ ਮੌਤ ਹੈ ਜਿਹੜੀ ਆਪਦੇ ਪ੍ਰਾਣ ਆਖਰ ਨੂੰ ਇਹ ਕਰਨਾਟਕਾ ਦੇ ਵਿੱਚ ਹੀ ਦੱਖਣ ਦੇ ਵਿੱਚ ਤਿਆਗਦਾ। ਤਾਂ ਉੱਥੋਂ ਤੱਕ ਜਿਹੜਾ ਇਹਦਾ ਰਾਜ ਭਾਗ ਸੀ ਮੌਰੀਆ ਸਾਮਰਾਜ ਦਾ ਫੈਲਿਆ ਹੋਇਆ ਸੀ। ਚੰਦਰਗੁਪਤ ਮੌਰੀਆ 298 ਈਸਵੀ ਪੂਰਵ ਦੇ ਵਿੱਚ ਇਹਦੀ ਜਿਹੜੀ ਮੌਤ ਹੋ ਜਾਂਦੀ ਹੈ, ਪ੍ਰਾਣ ਤਿਆਗ ਦਿੰਦਾ। ਸਰਬਨ ਵੇਲਗੋਲਾ ਕਰਨਾਟਕਾ ਦੇ ਸਥਾਨ ਤੇ ਜਿਹੜੀ ਇਹਦੀ ਮੌਤ ਹੈ ਉਹ ਹੋ ਜਾਂਦੀ ਹੈ। ਸਾਮਰਾਜ ਦਾ ਵਿਸਥਾਰ, ਉਹਦਾ ਸਾਮਰਾਜ ਹੈ ਜਿਹੜਾ ਕਿੱਥੋਂ ਤੱਕ ਫੈਲਿਆ ਸੀ, ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਕਿੱਥੋਂ ਤੱਕ ਫੈਲਿਆ ਹੋਇਆ ਸੀ। ਉੱਤਰ 'ਚ ਹਿਮਾਲਿਆ ਪਰਬਤ ਤੋਂ ਲੈ ਕੇ ਦੱਖਣ 'ਚ ਇਹ ਮੈਸੂਰ ਤੱਕ ਕਰਨਾਟਕਾ ਤੱਕ ਫੈਲਿਆ ਹੋਇਆ ਸੀ। ਤਾਂ ਪੂਰਬ ਦੇ ਵਿੱਚ ਬੰਗਾਲ ਤੋਂ ਲੈ ਕੇ ਦੱਖਣ 'ਚ ਹਿੰਦੂ ਕੁਸ਼ ਪਰਬਤ ਤੱਕ ਇਹਦਾ ਰਾਜ ਭਾਗ ਮੌਰੀਆ ਸਾਮਰਾਜ ਦਾ ਫੈਲਿਆ ਹੋਇਆ ਸੀ। ਚੰਦਰਗੁਪਤ ਦੀ ਮੌਤ ਜੈਨ ਮਤ ਦੇ ਅਨੁਸਾਰ 24 ਸਾਲ ਰਾਜ ਕਰਨ ਤੋਂ ਬਾਅਦ ਇਹ ਆਪਦੀ ਗੱਦੀ ਦਾ ਵਾਰਸ ਆਪਦੇ ਬੇਟੇ ਬਿੰਦੂਸਰ ਨੂੰ ਬਣਾ ਦਿੰਦਾ। ਤੇ ਉਸ ਤੋਂ ਬਾਅਦ 298 ਈਸਵੀ ਪੂਰਵ ਦੇ ਵਿੱਚ
ਸਰਬਨ ਬੇਲਗੋਲਾ ਦੇ ਸਥਾਨ ਤੇ ਕਰਨਾਟਕਾ ਦੇ ਵਿੱਚ ਮਸੂਰ ਏਰੀਏ 'ਚ ਤਾਂ ਉੱਥੇ ਜਿਹੜੇ ਇਹਦੀ ਮੌਤ ਹੋ ਜਾਂਦੀ ਹੈ ਤੇ ਪ੍ਰਾਣ ਤਿਆਗ ਦਿੰਦਾ ਹੈ। ਉਸ ਤੋਂ ਬਾਅਦ ਇਹਦਾ ਰਾਜ ਭਾਗ ਬਿੰਦੂਸਰ ਸੰਭਾਲਦਾ ਹੈ। ਬਿੰਦੂਸਰ ਥੋੜ੍ਹਾ ਸਮਾਂ ਰਹਿੰਦਾ ਹੈ। ਉਸ ਤੋਂ ਬਾਅਦ ਉਹਦਾ ਮਹਾਨ ਪੁੱਤਰ ਮਹਾਨ ਸਮਰਾਟ ਅਸ਼ੋਕ ਮਹਾਰਾਜਾ ਜਿਹੜਾ ਗੱਦੀ ਤੇ ਬੈਠਦਾ ਹੈ, ਕਿਸ ਤਰ੍ਹਾਂ ਉਹ ਜਿੱਤਾਂ ਪ੍ਰਾਪਤ ਕਰਦਾ ਅਸ਼ੋਕ, ਤੇ ਕਿਵੇਂ ਉਹ ਆਪਦਾ ਧਰਮ ਸਥਾਪਿਤ ਕਰਦਾ ਹੈ, ਅਸ਼ੋਕ ਦਾ ਧੰਮ ਕਿਸ ਤਰ੍ਹਾਂ ਸਥਾਪਿਤ ਕਰਦਾ ਹੈ, ਉਹਦੇ ਬਾਰੇ ਆਪਾਂ ਵਿਸਥਾਰ 'ਚ ਗੱਲਾਂ ਅਗਲੇ ਟੌਪਿਕ 'ਚ ਕਰਾਂਗੇ। ਧੰਨਵਾਦ।